ਸਿੱਖਾਂ ਦਾ ਧਰਮ ਪਰਿਵਰਤਨ ਕਰ ਰਹੇ ਹੈ। ਮੈਂ ਸਮਝਦਾ ਕਿ ਇਹ ਗੱਲ ਨਹੀਂ ਹੋਣੀ ਚਾਹੀਦੀ। ਉਹਨਾਂ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਸਿੱਖ ਇਹੋ ਜਿਹੇ ਧਰਮ ਪਰਿਵਰਤਨ ਨੂੰ ਬਰਦਾਸ਼ਤ ਨਹੀਂ ਕਰਨਗੇ। ਜਦੋਂ ਸਿੱਖਾਂ ਦਾ ਰਾਜ ਨਹੀਂ ਹੁੰਦਾ ਉਸ ਵੇਲੇ ਇਹ ਧਰਮ ਪਰਿਵਰਤਨ ਸ਼ੁਰੂ ਹੋ ਜਾਂਦਾ ਹੈ। ਕੈਰੋਂ ਸਾਹਿਬ ਤੋਂ ਲੱਗ ਕੇ ਅੱਜ ਤੱਕ ਇਹ ਸਾਰੇ ਸੈਂਟਰ ਹਿੰਦੂਤਵਾ ਦੇ ਗੁਲਾਮ ਬਣ ਕੇ ਚੱਲਦੇ ਹੈ। ਬੇਸ਼ੱਕ ਬੇਅੰਤ ਸਿੰਘ ਹੋਵੇ, ਬੇਸ਼ੱਕ ਬੀਬੀ ਪੱਟਲ ਹੋਵੇ, ਬੇਸ਼ੱਕ ਬਰਾੜ ਸਾਹਿਬ ਹੋਣ, ਬੇਸ਼ੱਕ ਬੇਅੰਤ ਸਿੰਘ ਹੋਵੇ, ਬੇਸ਼ੱਕ ਬਾਦਲ ਹੋਣ, ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਣ, ਇਹ ਸਾਰੇ ਥੱਲੇ ਲੱਗ ਕੇ ਚੱਲਦੇ ਆ। ਪ੍ਰੇਮ ਭਾਟੀਆ ਉਹਨਾਂ ਨੇ ਸਿੱਧਾ ਇੰਦਰਾ ਗਾਂਧੀ ਨੂੰ ਕਿਹਾ ਸੀਗਾ ਕਿ ਮਿਲਟਰੀ ਹਮਲੇ ਤੋਂ ਬਗੈਰ ਇਹ ਸਿੱਖਾਂ ਨੇ ਬੰਦੇ ਦੇ ਪੁੱਤ ਨਹੀਂ ਬਣਨਾ ਹੈ। ਪਰ STPC ਮਹੰਤਾਂ ਵਰਗੀ ਬਣ ਗਈ ਹੈ, ਮਸੰਦਾਂ ਵਰਗੀ ਬਣ ਗਈ ਹੈ। ਬਾਦਲ ਤੇ ਸੁਖਬੀਰ ਸਿੰਘ ਦਾ ਪੂਰਾ ਕੰਟਰੋਲ ਹੈ ਉਹਨਾਂ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਮਰਨਜੀਤ ਸਿੰਘ ਮਾਨ, ਪੰਥ ਦਾ ਦਾਸ, ਆਪਣੇ ਪਿੰਡ ਕਿਲ੍ਹਾ ਸਦਾ ਹਰਨਾਮ ਸਿੰਘ ਤੋਂ ਅੱਜ ਮਿਤੀ 2 ਸਤੰਬਰ ਨੂੰ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਜੋ ਕੁਝ ਹੁਣ ਈਸਾਈ ਮਤ ਦਾ ਹੋ ਰਿਹਾ ਹੈ, ਸਿੱਖਾਂ ਦਾ ਧਰਮ ਪਰਿਵਰਤਨ ਕਰ ਰਹੇ ਹੈ, ਮੈਂ ਸਮਝਦਾ ਕਿ ਇਹ ਗੱਲ ਨਹੀਂ ਹੋਣੀ ਚਾਹੀਦੀ। ਤੇ ਜਿਹੜੇ ਪੋਪ ਹੈਗੇ ਆ ਰੋਮ ਦੇ ਵਿੱਚ ਤੇ ਜਿਹੜੇ ਆਰਚ ਬਿਸ਼ਪ ਹੈਗੇ ਆ ਕੈਂਟਰਬਰੀ ਦੇ ਵਲਾਇਤ ਦੇ ਵਿੱਚ, ਉਹਨਾਂ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਸਿੱਖ ਇਹੋ ਜਿਹੇ ਧਰਮ ਪਰਿਵਰਤਨ ਨੂੰ ਬਰਦਾਸ਼ਤ ਨਹੀਂ ਕਰਨਗੇ। ਇਹ ਹੱਦ ਟੱਪ ਚੁੱਕੀ ਹੈ। ਜਦੋਂ ਸਿੱਖਾਂ ਦਾ ਰਾਜ ਨਹੀਂ ਹੁੰਦਾ ਉਸ ਵੇਲੇ ਇਹ ਧਰਮ ਪਰਿਵਰਤਨ ਸ਼ੁਰੂ ਹੋ ਜਾਂਦਾ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਹੈ, ਰਾਜ ਬਿਨਾਂ ਨਾ ਧਰਮ ਚਲੇ ਹੈ। ਫਿਰ ਅੱਗੇ ਹੁਕਮ ਦਿੰਦੇ ਹੈ, ਇਨ ਗਰੀਬ ਸਿੱਖੋਂ ਕੋ ਦੂਰ ਪਾਤਸ਼ਾਹੀ। ਤੇ ਪਾਤਸ਼ਾਹੀ ਕਦ ਲਈ ਦੇਣੀ ਹੈ? ਰਾਜ ਬਿਨਾਂ ਧਰਮ ਨਹੀਂ ਚਲੇਗਾ। ਹੁਣ ਰਾਜ ਤਾਂ ਸਾਡਾ 1947 ਤੋਂ ਬਾਅਦ ਖੁੱਸਿਆ ਹੋਇਆ। 1849 ਦੇ ਵਿੱਚ ਅੰਗਰੇਜ਼ਾਂ ਨੇ ਸਾਡਾ ਰਾਜ ਸਮਾਪਤ ਕਰਤਾ ਸੀਗਾ। ਪਰ ਤਾਂ ਵੀ ਜੇ ਸਾਡੇ ਕੋਲੇ ਸਿਆਸੀ ਤਾਕਤ ਨਹੀਂ ਹੈ, ਰਾਜ ਨਹੀਂ ਹੈ, ਜਿਹੜੇ ਸਾਡੇ ਆਗੂ ਹੈ ਉਹ ਹਿੰਦੂਤਵਾ ਦੇ ਨਾਲ ਕਿਉਂ ਚੱਲਣ ਲੱਗ ਪਏ ਹੈ? ਕੈਰੋਂ ਸਾਹਿਬ ਤੋਂ ਲੱਗ ਕੇ ਅੱਜ ਤੱਕ ਇਹ ਸਾਰੇ ਸੈਂਟਰ ਹਿੰਦੂਤਵਾ ਦੇ ਗੁਲਾਮ ਬਣ ਕੇ ਚੱਲਦੇ ਹੈ। ਬੇਸ਼ੱਕ ਬੇਅੰਤ ਸਿੰਘ ਹੋਵੇ, ਬੇਸ਼ੱਕ ਬੀਬੀ ਪੱਟਲ ਹੋਵੇ, ਬੇਸ਼ੱਕ ਬਰਾੜ ਸਾਹਿਬ ਹੋਣ, ਬੇਸ਼ੱਕ ਬੇਅੰਤ ਸਿੰਘ ਹੋਵੇ, ਬੇਸ਼ੱਕ ਬਾਦਲ ਹੋਣ, ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਣ, ਇਹ ਸਾਰੇ ਥੱਲੇ ਲੱਗ ਕੇ ਚੱਲਦੇ ਹੈ। ਇਹਨਾਂ ਤੋਂ ਸ਼ਰਮ ਲੱਥ ਗਈ ਹੈ ਕਿ ਸਿੱਖ ਕੌਮ ਦੇ ਉੱਤੇ ਇੰਨਾ ਜ਼ਬਰ ਹੋ ਰਿਹਾ, ਜਾਂ ਹਿੰਦੂਤਵਾ ਵੱਲ ਜਾ ਰਹੇ ਹੈ ਜਾਂ ਹੁਣ ਈਸਾਈਆਂ ਵੱਲ ਜਾ ਰਹੇ ਹੈ। ਇਹ ਚੀਜ਼ ਬਰਦਾਸ਼ਤ ਕਰਨ ਵਾਲੀ ਨਹੀਂ ਹੈ ਔਰ ਇਸ ਦਾ ਖਾਤਮਾ ਹੋਣਾ ਚਾਹੀਦਾ ਹੈ। ਸਿਆਸੀ ਤੌਰ ਤੇ ਆਪਾਂ ਕਮਜ਼ੋਰ ਹੈ ਕਿ 11 ਸਾਲ ਤੋਂ ਸਾਡੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਨਹੀਂ ਹੋ ਰਹੇ। ਜਦੋਂ ਸਿੱਖ ਰਾਜ 1849 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਸਮਾਪਤ ਹੋਇਆ ਸੀ, ਉਸ ਵੇਲੇ ਜਿਹੜੀਆਂ ਮਿਸ਼ਨ ਸੀਗੇ ਆਰੀਆ ਸਮਾਜੀ ਤੇ ਈਸਾਈਆਂ ਦੇ, ਇਹ ਬੜੇ ਐਕਟਿਵ ਹੋ ਗਏ ਸੀਗੇ ਕਿ ਹੁਣ ਮੌਕਾ ਹੈ, ਸਿੱਖਾਂ ਦਾ ਰਾਜ ਖੁੱਸ ਗਿਆ। ਆਰੀਆ ਸਮਾਜੀਆਂ ਨੇ ਬਹੁਤ ਜ਼ਿਆਦਾ ਐਕਟੀਵਿਟੀ ਕੀਤੀ ਤੇ ਉਹਨਾਂ ਨੂੰ ਫਲ ਮਿਲਿਆ ਕਿ ਜਿਹੜੇ ਮਹਾਰਾਜਾ ਕਪੂਰਥਲਾ ਸੀ ਸਾਡੇ, ਉਹ ਈਸਾਈ ਬਣ ਗਏ ਤੇ ਇੱਕ
बहुत सिख घराने दे दयाल सिंह मजीठिया वो आर्य समाजी बन गए। ये दयाल सिंह मजीठिया उही हनगे जिन्हां ने ट्रिब्यून चलाई, कई लाइब्रेरियां बनाईयां, कई कॉलेज बनाए, पर आर्य समाज के मतहत चलन लग पे। इसे करके ट्रिब्यून अज जो सिख का नाम प्रिंट करते हैं ये अगे सिंह नहीं लाते है। और तुहानूं पता होना चाहिए है कि 1984 के विच जो ऑपरेशन ब्लू स्टार होया है, इन्हां ट्रिब्यून का जिहड़े एडिटर साहब सीगे प्रेम भाटिया, उन्होंने सीधा इंदिरा गांधी नूं कहा सीगा कि मिलिटरी हमले तो बगैर ये सिखां ने बंदे दे पुत नहीं बनना है। सो जिहड़ियां गलतियां कीतियां उन्हां नूं दुरुस्त करन दे लई जदों कमजोरी आ गई, इत्थों आनंदपुर फलौड़ तो एक जोधे सिख बाबा दित सिंह उठे, जिन्हां दी बरसी हरेक साल साडी पार्टी उन्हां दे पिंड 6 सितंबर नूं मनाउंदी है। 4 दिन रह गए उन्हां दी बरसी ते। इन्हां ने फिर सिखां दे लई सुधार मूवमेंट खड़ा कीती, सिंह सभा लहर, जिहदे नाल सानूं 1909 दे विच अलहदा आनंद मैरिज एक्ट सानूं मिलिया ते 1925 दे विच एक पार्लियामेंट SGPC मिली, ਜਦੋਂ कि एशिया दे विच किते भी पार्लियामेंट नहीं सी हुंदी ते किसी कौम नूं बीबियां नूं वोट पाउण दा हक नहीं सी। पर 1925 जिहड़ी SGPC समाप्त हो गई, खड़ी हो गई, ਉਹਦੇ तहत बीबियां नूं भी वोट पाउण दे पूरे हक हकूक मिल गए सीगे। ਇਹ एक परंपरा चली, पर SGPC महंता वर्गी बन गई है, मसंदा वर्गी बन गई है। बादल ते सुखबीर सिंह का पूरा कंट्रोल है उन्हां दे उत्ते ते 11 साल तो SGPC दे इलैक्शन सेंटर नहीं कर रहा। अब मोदी साहब प्राइम मिनिस्टर थोड़े दिन होए है, असी उन्हां कोले भी सिफारिश की सी कि साडे SGPC दे इलैक्शन कराओ ते साडे जिहड़े बंदी है उन्हां नूं छड़ाया जावे। पर मेरा कहने का मतलब है असी इन्ने कमजोर सियासी तौर पर हो गए हैं कि उन्होंने कोई उसका जवाब नहीं दिता। और SGPC का प्रचार घटन के लिए नाल ਇਹ ਜਿਹੜੇ ਸਿੱਖਾਂ ਦੇ ਵਿਰੋਧ ਜਥੇਬੰਦੀਆਂ ਮਜ਼ਹਬ ਦੀਆਂ ਉੱਠ ਪਈਆਂ, ਇਹ ਉਸੇ ਤਰ੍ਹਾਂ ਜਦੋਂ ਸਾਡੇ ਜਿਸਮ ਦੇ ਵਿੱਚ ਸੈੱਲ ਘਟ ਜਾਂਦੇ ਆ ਤੇ ਬਿਮਾਰੀ ਦੇ ਜਿਹੜੇ ਕੀੜੇ ਹੁੰਦੇ ਆ ਉਹ ਤਕੜੇ ਹੋ ਜਾਂਦੇ ਆ ਤੇ ਆਪਣੇ ਜਿਸਮ ਨੂੰ ਥੱਲੇ ਨੱਪ ਲੈਂਦੇ ਆ। ਹੁਣ ਨਾ ਤਾਂ ਸਾਡੇ ਜਥੇਦਾਰ ਸਾਹਿਬ ਜਿਹੜੇ ਸਥਾਪਿਤ ਕੀਤੇ ਹੈ SGPC ने भाई हरप्रीत सिंह, ये बाहर के मुल्कों के दौरे ला लेंदे है, साडे संत महात्मा भी ला लेंदे है बाहर ते, पर इन्होंने प्रचार नहीं कदे कीता हैगा। ना साडे संत महात्मा प्रचार करते हैं। संत महात्मा बाहर के मुल्कों चले जाते हैं, पर इत्थे तां जदों साडी जिनस आउंदी है कणक दी जां झोने दी, फिर इन्हां दे ट्रक जिमींदारां दे कोले जांदे आ कि साडियां बोरियां भर दो। जदों संत करतार सिंह दमदमी टकसाल वाले ने प्रचार किया सी शुरू, ते संत जरनैल सिंह भिंडरां वाले ने उसे कदम दे उत्ते प्रचार जारी रखिया। फिर सानू कोई चिंता नहीं हुई कि साडा धर्म परिवर्तन हो रहा है। ये सारे जिहड़े रोग हैगे है ये धर्म प्रचार की कमी है। जिहड़े जोधे सिखां दे पूरे हो गए है उन्हां दीयां बरसियां ते असीं जांदे हैं, पर कोई भी SGPC का प्रचारक सानू कदे किते नहीं मिलता हैगा।
ਫਿਰ ਜਿਹੜੇ ਈਸਾਈ ਧਰਮ ਹੈ ਇਹ ਕਰਮ ਮਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਆ। ਹੁਣ ਫਰਜ਼ ਕਰ ਲਓ ਮੈਂ ਇੱਥੇ ਆ ਮੇਜ਼ ਤੇ ਬੈਠਾ, ਇੱਥੇ ਮੇਰੇ ਕੋਲੇ ਟੋਕਰੀ ਹੈ, ਟੋਕਰੀ ਦਾ ਥੱਲਾ ਹੈ ਨੀਗਾ, ਥੱਲੇ ਇੱਕ ਬੰਦਾ ਬੈਠਾ ਰਹੂਗਾ, ਉਹ ਉੱਤੇ ਟੋਕਰੀ ਨੂੰ ਭਰੀ ਜਾਊਗਾ ਤੇ ਕਰਾਮਾਤ ਕਰਨ ਵਾਲਾ ਪਾਦਰੀ ਜਿਹੜੀ ਚੀਜ਼ ਦੇਣੀ ਹੈ ਗਰੀਬਾਂ ਨੂੰ ਉਹ ਦੇ ਜਾਊਗਾ। ਹੁਣ ਸਾਡੇ ਧਰਮ ਦੇ ਵਿੱਚ ਕਰਾਮਾਤ ਨਹੀਂ ਹੈ, ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ ਤੇ ਇਸ ਤਰ੍ਹਾਂ ਗਰੀਬਾਂ ਦੇ ਨਾਲ ਕਰਦੇ ਹੈ। ਪਰ ਜੇ SGPC ਨੇ ਪ੍ਰਚਾਰ ਹੀ ਸਾਡੇ ਵਿਹੜਿਆਂ ਦੇ ਵਿੱਚ ਬੰਦ ਕਰਤਾ ਹੈ, ਕਦੇ ਨਾ ਤਾਂ ਉਹ ਬੱਚਿਆਂ ਨੂੰ ਸਕੂਲ ਦੇ ਲਈ ਵਜ਼ੀਫੇ ਦਿੰਦੇ ਹੈ, ਨਾ ਬਾਹਰ ਜਾਂਦੇ ਹੈ, ਤੇ ਬਹੁਤ ਬੁਰੀ ਹਾਲਤ ਦੇ ਵਿੱਚ ਸਾਡੇ ਰੰਗਰੇਟੇ ਸਿੱਖ ਅੱਜ ਰਹਿ ਰਹੇ ਹੈ। ਉਹਨਾਂ ਦੀਆਂ ਛੱਤਾਂ ਚੋਂਦੀਆਂ, ਉਹਨਾਂ ਦੀਆਂ ਬੱਚਿਆਂ ਦੀਆਂ ਲੱਤਾਂ ਸੁੱਕੀਆਂ ਪਈਆਂ, ਕੋਈ ਉਹਨਾਂ ਦੇ ਲਈ ਖੁਰਾਕ ਨਹੀਂ SGPC ਦੇ ਰਹੀ। ਤੇ ਮਹਾਰਾਜ ਦਾ ਕੀ ਹੁਕਮ ਹੈ ਕਿ ਜਿਹੜੀ ਗੋਲਕ ਹੈ ਉਹ ਗਰੀਬ ਦਾ ਮੂੰਹ ਹੈ, ਪਰ ਇਹ ਬਾਦਲ ਦਲ ਸਾਰਾ ਪੈਸਾ SGPC ਦਾ ਸਿਆਸਤ ਤੇ ਲਾ ਰਹੇ ਹੈ। ਗਰੀਬਾਂ ਦੇ ਕੋਲੇ ਰੋਟੀ ਕੱਪੜਾ ਤਾਂ ਕਿੱਥੇ ਪਹੁੰਚਣਾ, ਜਿੱਥੇ ਵੀ ਇਹਨਾਂ ਦਾ ਵੱਡਾ ਇਕੱਠ ਹੁੰਦਾ ਹੈ ਬਾਦਲਾਂ ਦਾ, ਉੱਥੇ ਸਾਰਾ ਲੰਗਰ ਉਹਨਾਂ ਦੇ ਕੋਲੇ ਜਾਂਦਾ। ਜਿਹੜੇ ਅਮੀਰ ਆਦਮੀ ਉੱਥੇ ਆਉਂਦੇ ਹੈ ਕਿ ਉਹ ਰੋਟੀ ਨਹੀਂ ਖਾ ਸਕਦੇ, ਲੰਗਰ ਚੋਂ ਕਿਉਂ ਬਾਹਰ ਜਾਂਦਾ ਹੈ? ਲੰਗਰ ਦੀ ਤਾਂ ਪਰੰਪਰਾ ਹੈ ਕਿ ਜੇ ਕਿਸੇ ਨੇ ਛਕਣਾ ਹੈ ਤਾਂ ਲੰਗਰ ਦੇ ਵਿੱਚ ਜਾਏ, ਲੰਗਰ ਦੇ ਵਿੱਚ ਜਾਈਦਾ ਹੈ, ਪਰ ਲੰਗਰ ਬਾਹਰ ਨਹੀਂ ਆਇਆ ਕਰਦਾ ਸਿੱਖ ਪਰੰਪਰਾ ਦੇ ਮੁਤਾਬਕ। ਪਰ ਇਹਨਾਂ ਨੇ ਲੰਗਰ ਨੂੰ ਬਾਹਰ ਕਰਤਾ, ਪਰ ਬਾਹਰ ਜਿਹੜੇ ਗਰੀਬ ਹੈ ਉਹਨਾਂ ਦੇ ਮੂੰਹ ਦੇ ਵਿੱਚ ਤਾਂ ਕੁਝ ਜਾਂਦਾ ਹੀ ਨਹੀਂ ਹੈ। ਤੇ ਨਾ SGPC ਦੇ ਪ੍ਰਧਾਨ, ਨਾ SGPC ਦੇ ਮੈਂਬਰ ਇਹ ਵੀ ਕਦੇ ਪ੍ਰਚਾਰ ਕਰਨ ਨੂੰ ਨਹੀਂ ਜਾਂਦੇ। ਜਿਹੜੇ ਸਾਡੇ ਤਖਤਾਂ ਦੇ ਜਥੇਦਾਰ ਹੈ, ਮੈਂ ਤਾਂ ਉਹਨਾਂ ਨੂੰ ਵੀ ਨਹੀਂ ਦੇਖਿਆ ਪ੍ਰਚਾਰ ਕਰਦਿਆਂ ਨੂੰ, ਨਾ ਪਟਨਾ ਸਾਹਿਬ ਨੂੰ, ਨਾ ਦਮਦਮਾ ਸਾਹਿਬ ਨੂੰ, ਨਾ ਕੇਸਗੜ੍ਹ ਸਾਹਿਬ ਨੂੰ, ਨਾ ਹੀ ਤਖਤ ਦਰਬਾਰ ਸਾਹਿਬ ਨੂੰ, ਤੇ ਨਾ ਹੀ ਹਜ਼ੂਰ ਸਾਹਿਬ ਨੂੰ। ਜਿੰਨਾ ਚਿਰ ਪ੍ਰਚਾਰ ਨਹੀਂ ਹੋਊਗਾ ਫਿਰ ਸਿੱਖ ਕਿਵੇਂ ਬਚ ਸਕਦੇ ਹੈ, ਜਦੋਂ ਏਡੀ ਵੱਡੀ ਹੁਕੂਮਤ ਸਾਡੇ ਉੱਤੇ ਰਾਜ ਕਰ ਰਹੀ ਹੈ। ਮੇਰਾ ਕਹਿਣ ਦਾ ਮਤਲਬ ਹੈ ਜਿਹੜੇ ਸਿੱਖਾਂ ਦੇ ਖਿਲਾਫ ਹੋਣ ਉਹਨਾਂ ਨੂੰ ਤਾਂ ਕਹਿੰਦੇ ਆ ਕਿ ਇਹ ਹੀਰੋ ਹੈ, ਘਰ ਦਾ ਭੇਤੀ ਲੰਕਾ ਢਾਉਂਦਾ ਹੈ। ਇਹ ਹੁਣ ਸਾਡੇ ਲੰਕਾ ਦੇ ਭੇਤੀ ਬਣ ਕੇ ਆਪਣੀ ਲੰਕਾ ਨੂੰ ਢਾ ਰਹੇ ਹੈ। ਇਹ ਜਿਹੜੇ ਰਵੈਤੀ ਬੰਦੇ ਹੈ, ਕਾਂਗਰਸੀ ਹੈ, BJP ਹੈ, ਆਮ ਆਦਮੀ ਪਾਰਟੀ ਹੈ, ਬਾਦਲ ਦਲੀਏ ਹੈ। ਤੇ ਮੈਂ ਤਾਂ ਸਿਰਫ ਕਹਿਣਾ ਹੈ ਕਿ ਜਦੋਂ ਵੀ ਈਸਾਈਆਂ ਦੇ ਉੱਤੇ ਜ਼ੁਲਮ ਹੋਇਆ, ਸਿਰਫ ਅਕਾਲੀ ਦਲ ਅੰਮ੍ਰਿਤਸਰ ਬੋਲਿਆ। ਜੇ ਕੇਰਲਾ ਦੇ ਵਿੱਚ ਇਹਨਾਂ ਦੀਆਂ ਭਾਈਆਣੀਆਂ ਨੰਨਾਂ ਦੇ ਉੱਤੇ ਬਲਾਤਕਾਰ ਕੀਤੇ ਹੈ, ਆਪਣੀ ਪਾਰਟੀ ਬੋਲੀ ਹੈ। ਜੇ ਬੈਂਗਲੌਰ ਦੇ ਇਲਾਕੇ ਦੇ ਵਿੱਚ ਤੇ ਕੇਰਲਾ ਦੇ ਵਿੱਚ ਇਹਨਾਂ ਦੇ ਗਿਰਜਾ ਘਰ ਢਾਏ ਹੈ, ਤੇ ਅਕਾਲੀ ਦਲ ਅੰਮ੍ਰਿਤਸਰ ਬੋਲਿਆ। ਜਦੋਂ ਆਸਟ੍ਰੇਲੀਆ ਤੋਂ ਇੱਕ ਪਾਦਰੀ ਸਟੇਨ ਆਇਆ ਸੀ, ਉਸ ਨੂੰ ਤੇ ਉਹਦੇ ਬੱਚਿਆਂ ਨੂੰ BJP ਤੇ RSS ਦੇ ਬੰਦੇ ਨੇ ਮੋਟਰ 'ਚ ਰਾਤ ਨੂੰ ਪਏ ਸੀ ਤੇ ਮੋਟਰ ਨੂੰ ਅੱਗ ਲਾਤੀ ਸੀ ਤੇ ਉਹਦੇ ਬੱਚੇ ਤੇ ਪਾਦਰੀ ਫੁੱਕ ਗਏ ਸੀਗੇ। ਉਦੋਂ ਅਸੀਂ ਕਿਹਾ ਕਿ ਇਹ ਕੀ ਹੋ ਰਿਹਾ ਈਸਾਈਆਂ ਦੇ ਵਿਰੁੱਧ। ਹੁਣ ਈਸਾਈਆਂ ਨੂੰ ਕੀ ਲੋੜ ਹੈ ਕਿ ਤੁਸੀਂ ਇੱਥੇ ਆ ਕੇ ਸਾਡੇ ਵਿੱਚ ਵੜ ਕੇ, ਤੁਸੀਂ ਵੀ ਘੱਟ ਗਿਣਤੀ ਹੋ, ਅਸੀਂ ਵੀ ਘੱਟ ਗਿਣਤੀ ਹੈ, ਤੇ ਤੁਸੀਂ ਪ੍ਰਚਾਰ ਕਰੋ ਆਪਣਾ ਬਾਹਰ ਜਾ ਕੇ। ਤੁਸੀਂ ਚੰਗੇ ਸਕੂਲ ਚਲਾਓ, ਤੁਸੀਂ ਚੰਗੇ ਕੰਮ ਕਰੋ, ਪਰ ਆਹ ਜਿਹੜੀ ਦਖਲਅੰਦਾਜ਼ੀ ਹੈ ਸਾਡੇ ਧਰਮ ਦੇ ਵਿੱਚ, ਕਿਸੇ ਧਰਮ ਤੋਂ ਸਿੱਖ ਕਦੇ ਬਰਦਾਸ਼ਤ ਨਹੀਂ ਕਰਦਾ ਤੇ ਕਦੇ ਇਹਨੂੰ ਸਹੇਗਾ ਨਹੀਂ।
ਕੋਈ ਕਹਿੰਦੇ ਜੀ ਬਾਹਰ ਦੇ ਮੁਲਕਾਂ 'ਚ ਤੁਸੀਂ ਰਹਿੰਦੇ ਹੋ, ਉੱਥੇ ਈਸਾਈ ਹੈਗੇ ਹੈ, ਠੀਕ ਹੈ, ਪਰ ਬਾਹਰ ਦੇ ਮੁਲਕਾਂ ਦੇ ਉੱਤੇ ਸਿੱਖਾਂ ਦੇ ਉੱਤੇ ਜੁਰਮ ਨਹੀਂ ਹੁੰਦਾ। ਰੋਜ਼ ਆਪਾਂ ਸੁਣਦੇ ਹਾਂ ਕਿ ਸਿੱਖਾਂ ਦੇ ਗੁਰਦੁਆਰੇ ਤੇ ਅਟੈਕ ਹੋ ਗਿਆ, ਸਿੱਖਾਂ ਦੇ ਬੰਦੇ ਮਾਰੇ ਗਏ ਹੈ, ਬੀਬੀਆਂ ਮਾਰੀਆਂ ਗਈਆਂ। ਹੁਣ ਜੇ ਸਿੱਖ ਮਜ਼ਬੂਤ ਇੱਕ ਕੌਮ ਹੈ ਤਾਂ ਫਿਰ ਅਸੀਂ ਆਪਣੇ ਬਲ ਦੇ ਉੱਤੇ ਤੇ ਗੁਰੂ ਦੇ ਵਾਕ ਤੇ ਹੁਕਮ ਦੇ ਉੱਤੇ ਰਹਿੰਦੇ ਹਾਂ। ਸਾਡਾ ਜੇ ਮੁਲਕ ਨਹੀਂ ਹੈ, ਅਸੀਂ ਸਟੇਟਲੈਸ ਹੈ, ਪਰ ਤਾਂ ਵੀ ਸਾਨੂੰ ਜਿਉਣਾ ਆਉਂਦਾ ਹੈ ਤੇ ਅਸੀਂ ਧਰਮ ਦੀ ਤੇ ਆਪਣੀ ਸ਼ਖਸੀਅਤ ਦੇ ਉੱਤੇ ਜੂਵਾਂਗੇ। ਪਰ ਇਹ ਨਹੀਂ ਕਿ ਸਾਡੇ ਸਿੱਖਾਂ ਦਾ ਧਰਮ ਪਰਿਵਰਤਨ ਕੀਤਾ ਜਾਵੇ ਹਿੰਦੂਤਵਾ ਵੱਲੋਂ, ਈਸਾਈਆਂ ਵੱਲੋਂ ਜਾਂ ਹੋਰ ਧਰਮ ਵੱਲੋਂ। ਇਹ ਬਿਲਕੁਲ ਵਰਜਿਤ ਹੈ। ਤਾਂ ਮੈਂ ਸਮਝਦਾ ਕਿ ਮੈਂ ਕਾਫੀ ਕੁਛ ਆਪਣੀ ਕੌਮ ਨੂੰ ਕਿਹਾ, ਜਗਾਇਆ, ਔਰ ਆਪਾਂ ਹੁਣ ਖਬਰਦਾਰ ਤੇ ਸਾਵਧਾਨ ਹੋ ਕੇ ਆਪਾਂ ਆਪਣੇ ਧਰਮ ਨੂੰ ਤਕੜਾ ਕਰੀਏ। ਜਥੇਦਾਰ, ਸੰਤ, ਮਹਾਤਮਾ ਜਦੋਂ ਬਾਹਰ ਜਾਂਦੇ ਆ ਮੁਲਕਾਂ 'ਚ, ਸਿੱਖੋ ਤੁਸੀਂ ਕਹੋ ਕਿ ਉੱਥੇ ਸਿੱਖੀ ਦੀ ਘਾਟ ਹੈ, ਇੱਥੇ ਨਹੀਂ ਹੈ, ਤੁਸੀਂ ਚਲੋ ਵਾਪਸ, ਤੇ ਉਹਨਾਂ ਤੋਂ ਰਿਪੋਰਟ ਕਾਰਡ ਲਓ ਕਿ ਤੁਸੀਂ ਸਿੱਖ ਧਰਮ ਦੇ ਲਈ ਪ੍ਰਚਾਰ ਕੀ ਕੀਤਾ। ਜੇ ਜਥੇਦਾਰ ਸਾਹਿਬ ਸਾਡੇ ਜਾਣ, ਸੰਤ ਮਹਾਤਮਾ ਜਾਣ, ਸਿੱਧੇ ਏਅਰਪੋਰਟ ਤੇ ਉਤਰੇ, ਉਹਨਾਂ ਨੂੰ ਕਹੋ ਕਿ ਜੀ ਆਹ ਸਾਡਾ ਪੱਤਰ ਹੈ, ਤੁਸੀਂ ਆ ਕੇ ਦੱਸੋਗੇ ਕਿ ਤੁਸੀਂ ਧਰਮ ਪ੍ਰਚਾਰ ਕਿੰਨਾ ਕੀਤਾ, ਕੀ ਕੀਤਾ ਤੇ ਕੀ ਨਹੀਂ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।